ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 36ਵਾਂ। ਪੰਜਾਬਿਆਂ ਅੰਦਰ ਤਾਮਿਲਨਾਡੂ ਅੰਦਰ ਦਰਾਵੜ ਲਹਿਰ ਦਾ ਪੂਰਾ ਬੋਲਬਾਲਾ ਸੀ ਅਤੇ ਤਾਮਿਲ ਜਨਤਾ ਬ੍ਰਾਹਮਣਵਾਦੀ ਗਲਬੇ ਨੂੰ ਕਿਸੇ ਵੀ ਰੂਪ ਵਿੱਚ ਪ੍ਰਵਾਨ ਕਰਨ ਦੇ ਲਈ ਤਿਆਰ ਨਹੀਂ ਸੀ। 60ਵਿਆਂ 'ਚ ਆ ਕੇ ਕਈ ਕਾਰਨਾਂ ਕਰਕੇ ਦਰਾਵੜ ਲਹਿਰ ਅੰਦਰ ਵਿਚਾਰਧਾਰਕ ਤੱਤ ਕਮਜ਼ੋਰ ਪੈ ਗਏ ਅਤੇ ਉਸੇ ਅੰਦਰ ਬ੍ਰਾਹਮਣਵਾਦ ਨਾਲ ਸਮਝੌਤੇ ਦੀਆਂ ਕੁਰੂਚੀਆਂ ਜ਼ੋਰ ਫੜਨ ਲੱਗੀਆਂ। ਸਮਾਂ ਪੈਣ ਨਾਲ ਤਾਮਿਲ ਸਮਾਜ ਅੰਦਰ ਇੱਕ ਅਜਿਹਾ ਮਾਇਆਧਾਰੀ ਵਰਗ ਪੈਦਾ ਹੋ ਗਿਆ ਜਿਸ ਦੇ ਭਾਰਤ ਦੀ ਵੱਡੀ ਹਿੰਦੂ ਸਰਮਾਏਦਾਰੀ ਨਾਲ ਝਗੜੇ ਅਤੇ ਵਿਰੋਧ ਤਾਂ ਹਨ, ਪਰ ਨਾਲ ਹੀ ਉਸ ਅੰਦਰ ਵੱਡੀ ਹਿੰਦੂ ਸਰਮਾਏਦਾਰੀ ਨਾਲ ਸਮਝੌਤੇ ਦੇ ਸਾਂਝ ਭਿਆਲੀ ਦਾ ਵੀ ਜ਼ੋਰਦਾਰ ਝੁਕਾਅ ਦੇਖਣ ਨੂੰ ਮਿਲਦਾ ਹੈ। ਤਾਮਿਲਨਾਡੂ ਅੰਦਰ ਪੰਜਾਬਿਆਂ 'ਚ ਉੱਠੀ ਵੱਖਰੇ ਦਰਾਵੜ ਦੇਸ਼ ਦੀ ਮੰਗ ਦਾ 60ਵਿਆਂ 'ਚ ਆ ਕੇ ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ ਤੇ ਨਿਬੇੜਾ ਹੋ ਗਿਆ। ਤਾਮਿਲਨਾਡੂ ਦੀ DMK ਸਰਕਾਰ ਨੇ 22 ਸਤੰਬਰ 1969 ਨੂੰ PV ਰਾਜਮੰਨਰ ਦੀ ਅਗਵਾਈ ਹੇਠ ਇੱਕ ਕਮੇਟੀ ਕਾਇਮ ਕੀਤੀ ਜਿਸ ਨੂੰ ਕਾਂਗਰਸ ਅਤੇ ਰਾਜਾਂ ਦੇ ਸਬੰਧਾਂ ਬਾਰੇ ਪੂਰੀ ਭਰਵੀਂ ਰਿਪੋਰਟ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ। ਇਸ ਕਮੇਟੀ ਦੁਆਰਾ 27 ਮਈ 1971 ਨੂੰ ਜਾਰੀ ਕੀਤੀ ਗਈ ਰਿਪੋਰਟ ਭਾਰਤ ਦੇ ਅੰਦਰ ਫੈਡਰਲ ਢਾਂਚੇ ਦੀ ਉਸਾਰੀ ਦਾ ਮੱਤ ਰੱਖਣ ਵਾਲੀਆਂ ਤਾਕਤਾਂ ਲਈ ਇੱਕ ਰਾਹਨੁਮਾ ਦਸਤਾਵੇਜ਼ ਦਾ ਰੁਤਬਾ ਅਖਤਿਆਰ ਕਰ ਗਈ। ਪੰਜਾਬ ਦੇ ਅੰਦਰ ਇਸ ਵਰਤਾਰੇ ਨੇ ਤਾਮਿਲਨਾਡੂ ਨਾਲ ਕੁਝ ਮਿਲਵਾਂ ਅਤੇ ਕੁਝ ਵੱਖਰਾ ਅਮਲ ਅਖਤਿਆਰ ਕੀਤਾ। ਬਾਹਰਮੁਖੀ ਰੂਪ ਵਿੱਚ ਸਿੱਖ ਪੰਥ ਦਾ ਬ੍ਰਾਹਮਣਵਾਦ ਨਾਲ ਵਿਰੋਧ ਦਰਾਵੜ ਲਹਿਰ ਨਾਲੋਂ ਵੱਧ ਬੁਨਿਆਦੀ ਤੇ ਵੱਧ ਡੂੰਘਾ ਹੈ, ਪਰ ਸਿੱਖ ਪੰਥ ਤੇ ਸਿੱਖ ਲੀਡਰਸ਼ਿਪ ਅੰਦਰ ਸਿੱਖੀ ਦੀ ਚੇਤਨਾ ਦੀ ਘਾਟ ਹੋਣ ਕਰਕੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਿੱਖ ਕੌਮ ਨੇ ਇਤਿਹਾਸ ਅੰਦਰ ਆਪਣਾ ਸੁਤੰਤਰ ਵਹਿਣ ਨਿਰਧਾਰਤ ਕਰਨ ਦੀ ਬਜਾਏ ਅਮਲੀ ਪੱਧਰ ਤੇ ਭਾਰਤੀ ਹਾਕਮਾਂ ਦੀ ਚੌਕੀਦਾਰੀ ਦਾ ਰੋਲ ਅਖਤਿਆਰ ਕਰ ਲਿਆ ਹੈ। ਜਦ ਦੱਖਣ ਅੰਦਰ ਦਰਾਵੜ ਲਹਿਰ ਬ੍ਰਾਹਮਣਵਾਦ ਨਾਲ ਤਿੱਖਾ ਦਸਤਪੰਜਾ ਲੈ ਰਹੀ ਸੀ ਤਾਂ ਸਿੱਖ ਲੀਡਰਸ਼ਿਪ ਨੇ ਇਸ ਦੀ ਹਮਾਇਤ ਵਿੱਚ ਨਿਤਰਨ ਦੀ ਬਜਾਏ ਹਿੰਦੂ ਹਾਕਮਾਂ ਦੀ ਰੀਸੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਰਾਗ ਅਲਾਪੀ ਰੱਖਿਆ। ਕਸ਼ਮੀਰ ਅਤੇ ਉੱਤਰ ਪੂਰਬੀ ਖਿੱਤੇ ਦੀਆਂ ਕੌਮੀਅਤਾਂ ਵੱਲੋਂ ਭਾਰਤੀ ਹਾਕਮਾਂ ਦੇ ਰਾਜਸੀ ਗਲਬੇ ਤੋਂ ਮੁਕਤ ਹੋਣ ਲਈ ਵਿੱਢੇ ਸੰਘਰਸ਼ਾਂ ਪ੍ਰਤੀ ਵੀ ਸਿੱਖ ਲੀਡਰਸ਼ਿਪ ਦਾ ਵਤੀਰਾ ਆਮ ਕਰਕੇ ਨਕਾਰੀ ਹੀ ਰਿਹਾ। ਭਾਵੇਂ 1965 ਵਿੱਚ ਮਾਸਟਰ ਤਾਰਾ ਸਿੰਘ ਵੱਲੋਂ ਦਿੱਲੀ ਵਿਖੇ ਕੌਮਾਂਤਰੀ ਪ੍ਰੈਸ ਕਾਨਫਰੰਸ ਅੰਦਰ ਜਾਰੀ ਕੀਤੇ ਅਹਿਮ ਨੀਤੀ ਬਿਆਨ ਅੰਦਰ ਹਿੰਦੂ ਹਾਕਮਾਂ ਵੱਲੋਂ ਤਾਕਤ ਦੇ ਜ਼ੋਰ ਨਾਲ ਦਬਾ ਕੇ ਰੱਖੀਆਂ ਇਹਨਾਂ ਕੌਮੀਅਤਾਂ ਦੀਆਂ ਆਜ਼ਾਦੀ ਦੀਆਂ ਰੀਝਾਂ ਦਾ ਖੁੱਲ੍ਹ ਕੇ ਸਮਰਥਨ ਕੀਤਾ ਗਿਆ ਸੀ, ਪਰ ਉਦੋਂ ਵੀ ਉਸਨੇ ਭਾਰਤ ਦੇ ਰਾਜਕੀ ਢਾਂਚੇ ਅੰਦਰ ਬੁਨਿਆਦੀ ਰੱਦੋ ਬਦਲ ਕਰਕੇ ਇਸ ਦੀ ਫੈਡਰਲ ਲੀਹਾਂ ਤੇ ਮੁੜ ਉਸਾਰੀ ਕਰਨ ਦਾ ਨਿਖਰਵਾਂ ਸਿਧਾਂਤਕ ਪੈਂਤੜਾ ਨਾ ਉਭਾਰਿਆ। 1959 ਵਿੱਚ ਜਦ ਜਵਾਹਰ ਲਾਲ ਨਹਿਰੂ ਨੇ ਕੇਰਲਾ ਅੰਦਰ ਕਮਿਊਨਿਸਟ ਪਾਰਟੀ ਦੀ ਜਮਹੂਰੀ ਤਰੀਕੇ ਨਾਲ ਚੁਣੀ ਸਰਕਾਰ ਨੂੰ ਗੈਰ ਜਮਹੂਰੀ ਤਰੀਕੇ ਨਾਲ ਭੰਗ ਕਰਕੇ ਕੇਂਦਰ ਸਰਕਾਰ ਦੀ ਨੰਗੀ ਆਪ ਹੁਦਰਸ਼ਾਹੀ ਦਾ ਮੁਜ਼ਾਹਰਾ ਕੀਤਾ ਤਾਂ ਸਿੱਖ ਲੀਡਰਸ਼ਿਪ ਨੇ ਅਤੇ ਪਾਰਲੀਮੈਂਟ ਅੰਦਰ ਬੈਠੇ ਸਿੱਖ ਨੁਮਾਇੰਦਿਆਂ ਨੇ ਮੁਕੰਮਲ ਚੁੱਪ ਵੱਟੀ ਰੱਖੀ। ਸਿੱਖਾਂ ਦੇ ਕੁਝ ਵਰਗਾਂ ਅੰਦਰ ਕਈ ਮੌਕਿਆਂ ਤੇ ਸਿੱਖ ਕੌਮ ਲਈ ਖੁਦ ਮੁਖਤਿਆਰ ਦਰਜੇ ਦੀ ਸੋਚ ਅਤੇ ਮੰਗ ਤਾਂ ਜ਼ਰੂਰ ਜ਼ੋਰ ਫੜਦੀ ਰਹੀ, ਪਰੰਤੂ ਸਮੁੱਚੇ ਦੇਸ਼ ਦੇ ਰਾਜਕੀ ਢਾਂਚੇ ਅੰਦਰ ਰੱਦੋ ਬਦਲ ਕਰਕੇ ਇਸ ਨੂੰ ਫੈਡਰਲ ਰੂਪ ਦੇਣ ਦੀ ਮੰਗ ਅਕਾਲੀ ਦਲ ਨੇ ਪਹਿਲੀ ਵੇਰ 1968 ਵਿੱਚ ਜਾ ਕੇ ਕੀਤੀ। ਜਦ 30 ਸਤੰਬਰ ਨੂੰ ਬਟਾਲਾ ਵਿਖੇ ਸੰਤ ਫਤਿਹ ਸਿੰਘ ਦੀ ਅਗਵਾਈ ਹੇਠ ਹੋਈ ਅਕਾਲੀ ਕਾਨਫਰੰਸ ਅੰਦਰ ਇਸ ਬਾਰੇ ਇੱਕ ਬਾਕਾਇਦਾ ਮਤਾ ਪਾਸ ਕੀਤਾ ਗਿਆ। ਮਤੇ ਵਿੱਚ ਇਹ ਸਪਸ਼ਟ ਮਤ ਉਭਾਰਿਆ ਗਿਆ ਕਿ ਪਿਛਲੇ 20 ਸਾਲਾਂ ਦੇ ਦੌਰਾਨ ਦੇਸ਼ ਦੇ ਰਾਜਕੀ ਖੇਤਰ ਅੰਦਰ ਵੱਡੀਆਂ ਤਬਦੀਲੀਆਂ ਵਾਪਰ ਚੁੱਕੀਆਂ ਹਨ, ਜਿਸ ਨਾਲ ਇਹ ਜ਼ਰੂਰੀ ਹੋ ਗਿਆ ਹੈ ਕਿ ਬਦਲੀਆਂ ਹੋਈਆਂ ਹਾਲਤਾਂ ਦੇ ਤਹਿਤ ਕੇਂਦਰ ਰਾਜ ਸਬੰਧਾਂ ਬਾਰੇ ਮੁੜ ਵਿਚਾਰ ਕੀਤੀ ਜਾਵੇ।
ਦੇਸ਼ ਦੇ ਕਈ ਰਾਜਾਂ ਵਿੱਚ ਗੈਰ ਕਾਂਗਰਸੀ ਸਰਕਾਰਾਂ ਹੋਂਦ ਵਿੱਚ ਆਈਆਂ ਸਨ ਅਤੇ ਸੱਤਾ ਦੇ ਕਾਬਜ਼ ਕਾਂਗਰਸ ਪਾਰਟੀ ਨੇ ਗੈਰ ਕਾਂਗਰਸੀ ਸਰਕਾਰਾਂ ਦੇ ਰਾਹ ਵਿੱਚ ਰੋੜੇ ਅਟਕਾਉਣ ਲਈ ਸੰਵਿਧਾਨ ਦੀ ਦੁਰਵਰਤੋਂ ਕੀਤੀ ਹੈ। ਇਸ ਕਰਕੇ ਪਿਛਲੇ ਤਜਰਬੇ ਦੀ ਰੌਸ਼ਨੀ ਵਿੱਚ ਇਹ ਲਾਜ਼ਮੀ ਬਣ ਗਿਆ ਹੈ ਕਿ ਭਾਰਤੀ ਸੰਵਿਧਾਨ ਬਾਰੇ ਮੁੜ ਵਿਚਾਰ ਕੀਤੀ ਜਾਵੇ ਅਤੇ ਨਵੀਆਂ ਹਾਲਤਾਂ ਦੇ ਅਨੁਸਾਰ ਰਾਜਾਂ ਤੇ ਕੇਂਦਰ ਦੇ ਸਬੰਧਾਂ ਵਿੱਚ ਤਬਦੀਲੀਆਂ ਕੀਤੀਆਂ ਜਾਣ। ਜੇਕਰ ਮਤੇ ਦੀਆਂ ਉਪਰੋਕਤ ਸਤਰਾਂ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ 60ਵਿਆਂ 'ਚ ਅਕਾਲੀ ਦਲ ਉੱਤੇ ਕਾਬਜ਼ ਹੋਈ ਨਵੀਂ ਅਕਾਲੀ ਲੀਡਰਸ਼ਿਪ ਦੀ ਰਾਜਸੀ ਵਿਚਾਰਧਾਰਾ ਦਾ ਉਹ ਲੱਛਣ ਸਾਫ਼ ਪ੍ਰਗਟ ਹੋ ਜਾਂਦਾ ਹੈ ਜਿਸ ਨੇ ਅਕਾਲੀ ਰਾਜਨੀਤੀ ਨੂੰ ਰਵਾਇਤੀ ਲੀਹ ਤੋਂ ਲਾ ਕੇ ਇੱਕ ਨਵੀਂ ਪਟੜੀ ਉੱਤੇ ਚਾੜ ਦਿੱਤਾ। ਭਾਰਤ ਦੇ ਅੰਦਰ ਫੈਡਰਲਿਜ਼ਮ ਦੀ ਗੱਲ ਦੋ ਅਲੱਗ-ਅਲੱਗ ਸੰਦਰਭਾਂ ਵਿੱਚ ਉੱਠਦੀ ਰਹੀ ਹੈ। ਪਿੱਛੇ ਜ਼ਿਕਰ ਹੋ ਚੁੱਕਾ ਹੈ ਕਿ ਫੈਡਰਲ ਢਾਂਚੇ ਦੀ ਮੰਗ ਸਭ ਤੋਂ ਪਹਿਲਾਂ ਮੁਸਲਿਮ ਲੀਗ ਨੇ ਉਭਾਰੀ ਸੀ। ਉਸ ਦੀ ਇਹ ਮੰਗ ਬਹੁ ਗਿਣਤੀ ਵਰਗ ਦੇ ਆਗੂਆਂ ਦੀਆਂ ਗਾਲਬਾਨਾ ਪ੍ਰਵਿਰਤੀਆਂ ਦੇ ਸਨਮੁਖ ਘੱਟ ਗਿਣਤੀ ਧਾਰਮਿਕ ਸੱਭਿਆਚਾਰਕ ਭਾਈਚਾਰਿਆਂ ਦੇ ਹਿੱਤਾਂ ਦੀ ਸੁਰੱਖਿਆ ਦੇ ਸਰੋਕਾਰ ਵਿੱਚੋਂ ਨਿਕਲੀ ਸੀ। ਆਜ਼ਾਦੀ ਤੋਂ ਬਾਅਦ ਦੱਖਣ ਦੇ ਦਰਾਵੜ ਦਲਾਂ ਨੇ ਵੀ ਮੁੱਖ ਤੌਰ ਤੇ ਆਪਣੀ ਸੱਭਿਆਚਾਰਕ ਪਛਾਣ ਦੀ ਰਾਖੀ ਲਈ ਹੀ ਬ੍ਰਾਹਮਣਵਾਦੀ ਗਲਬੇ ਤੋਂ ਛੁਟਕਾਰਾ ਹਾਸਲ ਕਰਨ ਦਾ ਨਾਅਰਾ ਬੁਲੰਦ ਕੀਤਾ ਸੀ। ਦੇਸ਼ ਅੰਦਰ ਅਜਿਹੀਆਂ ਬਹੁਤ ਸਾਰੀਆਂ ਸੱਭਿਆਚਾਰਕ ਤੇ ਨੀਮ ਰਾਸ਼ੀ ਤਾਕਤਾਂ ਸਨ ਜੋ ਭਾਰਤ ਦੀ ਸੱਭਿਆਚਾਰਕ ਅਨੇਕਤਾ ਉੱਤੇ ਬਲ ਦਿੰਦੀਆਂ ਹੋਈਆਂ ਕੇਂਦਰੀਕਰਨ ਦੇ ਰੁਝਾਨ ਦਾ ਤਿੱਖਾ ਵਿਰੋਧ ਕਰਦੀਆਂ ਹਨ ਜਾਂ ਸਨ। 60ਵਿਆਂ ਤੱਕ ਅਕਾਲੀ ਲੀਡਰਸ਼ਿਪ ਵੀ ਸਿੱਖ ਮਸਲੇ ਨੂੰ ਮੁੱਖ ਤੌਰ ਤੇ ਸਿੱਖਾਂ ਦੀ ਵੱਖਰੀ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਦੀ ਰਾਖੀ ਦੇ ਮਸਲੇ ਵਜੋਂ ਦੇਖਦੀ ਰਹੀ ਸੀ। ਇਸ ਵਿੱਚੋਂ ਹੀ ਸਿੱਖ ਕੌਮ ਲਈ ਖੁਦ ਮੁਖਤਿਆਰ ਦਰਜੇ ਦੀ ਮੰਗ ਵਰਗੀਆਂ ਰੈਡੀਕਲ ਪੋਜੀਸ਼ਨਾਂ ਜਨਮ ਲੈਂਦੀਆਂ ਸਨ। ਪਰੰਤੂ 1967 ਤੋਂ ਬਾਅਦ ਕੁਝ ਰਾਜਸੀ ਤਾਕਤਾਂ ਵੱਲੋਂ ਉਭਾਰੀ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਦਾ ਆਧਾਰ ਅਤੇ ਸੰਦਰਭ ਅਸਲੋਂ ਹੀ ਅਲੱਗ ਸੀ। ਇਹ ਆਰਥਿਕ ਤੌਰ ਤੇ ਬਲਸ਼ਾਲੀ ਹੋਏ ਖੇਤਰੀ ਸਰਮਾਏਦਾਰਾਂ ਦੀ ਵੱਡੀ ਹਿੰਦੂ ਸਰਮਾਏਦਾਰੀ ਦੀ ਜਗੜਬੰਦੀ ਨੂੰ ਤੋੜ ਕੇ ਆਪਣੇ ਅਗੇਲਰੇ ਵਿਕਾਸ ਦਾ ਰਾਹ ਪੱਧਰਾ ਕਰਨ ਦੀ ਲੋੜ ਚੋਂ ਨਿਕਲਿਆ ਰਾਜਨੀਤਿਕ ਪ੍ਰੋਗਰਾਮ ਸੀ ਜਿਸ ਵਿੱਚ ਧਾਰਮਿਕ ਸੱਭਿਆਚਾਰਕ ਪੱਖ ਪਿਛਵਾੜੇ ਧੱਕ ਦਿੱਤਾ ਗਿਆ ਸੀ। ਅਕਾਲੀ ਦਲ ਦੇ ਬਟਾਲਾ ਕਾਨਫਰੰਸ ਵਾਲੇ ਮਤੇ ਅੰਦਰ ਨੋਟ ਕਰਨ ਵਾਲੀ ਅਹਿਮ ਗੱਲ ਇਹ ਹੈ ਕਿ ਇਸ ਵਿੱਚ ਭਾਰਤ ਦੀ ਧਾਰਮਿਕ ਸੱਭਿਆਚਾਰਕ ਅਨੇਕਤਾ ਅਤੇ ਹਿੰਦੂਵਾਦੀ ਤਾਕਤਾਂ ਦੀਆਂ ਘੱਟ ਗਿਣਤੀ ਭਾਈਚਾਰਿਆਂ ਨੂੰ ਦੁਬੇਲ ਬਣਾ ਕੇ ਰੱਖਣ ਦੀਆਂ ਕੋਸ਼ਿਸ਼ਾਂ ਦਾ ਕੋਈ ਇਸ਼ਾਰੇ ਮਾਤਰ ਵੀ ਜ਼ਿਕਰ ਦੇਖਣ ਨੂੰ ਨਹੀਂ ਮਿਲਦਾ। ਮਤੇ ਅੰਦਰ ਨੋਟ ਕੀਤਾ ਗਿਆ ਇਹ ਤੱਥ ਗਲਤ ਨਹੀਂ ਸੀ ਕਿ ਦੇਸ਼ ਦੇ ਕਈ ਰਾਜਾਂ ਵਿੱਚ ਗੈਰ ਕਾਂਗਰਸੀ ਸਰਕਾਰਾਂ ਹੋਂਦ ਵਿੱਚ ਆਈਆਂ ਹਨ ਅਤੇ ਸੱਤਾ ਦੇ ਕਾਬਜ਼ ਕਾਂਗਰਸ ਪਾਰਟੀ ਨੇ ਗੈਰ ਕਾਂਗਰਸੀ ਸਰਕਾਰਾਂ ਦੇ ਰਾਹ ਵਿੱਚ ਰੋੜੇ ਅਟਕਾਉਣ ਲਈ ਸੰਵਿਧਾਨ ਦੀ ਦੁਰਵਰਤੋਂ ਕੀਤੀ। ਅਕਾਲੀ ਦਲ ਦੁਆਰਾ ਮਤੇ ਅੰਦਰ ਲਈ ਗਈ ਇਹ ਪੋਜੀਸ਼ਨ ਵੀ ਗਲਤ ਨਹੀਂ ਸੀ ਕਿ ਭਾਰਤ ਦਾ ਸੰਵਿਧਾਨ ਹਕੀਕੀ ਫੈਡਰਲ ਆਧਾਰ ਤੇ ਹੋਣਾ ਚਾਹੀਦਾ ਹੈ ਅਤੇ ਰਾਜਾਂ ਨੂੰ ਵਧੇਰੇ ਖੁਦ ਮੁਖਤਿਆਰੀ ਮਿਲਣੀ ਚਾਹੀਦੀ ਹੈ। ਮਤੇ ਦੀ ਰੜਕਵੀਂ ਇਕਾਈ ਇਹ ਸੀ ਕਿ ਕੇਂਦਰੀਕਰਨ ਦੇ ਰੁਝਾਨ ਦਾ ਤੱਥ ਨੋਟ ਕਰਨ ਲੱਗਿਆਂ ਇਸ ਪਿੱਛੇ ਕੰਮ ਕਰਦੀ ਸੋਚ ਅਤੇ ਭਾਵਨਾ ਦੀ ਨਿਸ਼ਾਨਦੇਹੀ ਕਰਨ ਤੋਂ ਟਾਲਾ ਵੱਟਿਆ ਗਿਆ ਸੀ ਜਿਸ ਨਾਲ ਇਸ ਰਾਜਸੀ ਵਰਤਾਰੇ ਦਾ ਪੂਰਾ ਸਹੀ ਤੇ ਮੁਕੰਮਲ ਵਿਸ਼ਲੇਸ਼ਣ ਸਾਹਮਣੇ ਨਹੀਂ ਸੀ ਆ ਸਕਿਆ। ਇਸ ਅੱਧੇ ਅਧੂਰੇ ਵਿਸ਼ਲੇਸ਼ਣ ਸਦਕਾ ਫੈਡਰਲ ਢਾਂਚੇ ਦੀ ਉਚਿਤ ਮੰਗ ਦਾ ਜੋ ਆਧਾਰ ਪੇਸ਼ ਕੀਤਾ ਗਿਆ ਉਹ ਬਹੁਤ ਪਿਚਕਵਾਂ ਸੀ। ਗੱਲ ਸਿਰਫ ਇੰਨੀ ਨਹੀਂ ਸੀ ਕਿ ਪਿਛਲੇ 20 ਸਾਲਾਂ ਦੇ ਦੌਰਾਨ ਸੱਤਾ ਦੇ ਕਾਬਜ਼ ਕਾਂਗਰਸ ਪਾਰਟੀ ਨੇ ਕੁਝ ਰਾਜਾਂ ਅੰਦਰ ਕਾਇਮ ਹੋਈਆਂ ਗੈਰ ਕਾਂਗਰਸੀ ਸਰਕਾਰਾਂ ਦੇ ਰਾਹ ਵਿੱਚ ਰੋੜੇ ਅਟਕਾਉਣ ਲਈ ਸੰਵਿਧਾਨ ਦੀ ਦੁਰਵਰਤੋਂ ਕੀਤੀ ਸੀ। ਇਦੋਂ ਵੀ ਵੱਧ ਕੇ ਹਕੀਕਤ ਇਹ ਸੀ ਕਿ ਦੇਸ਼ ਅੰਦਰ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਨਾਲ ਸ਼ਰੀਹਣ ਵਿਤਕਰਾ ਬੇਇਨਸਾਫੀ ਤੇ ਵਧੀਕੀ ਹੋ ਰਹੀ ਸੀ।
ਫਿਰਕੂ ਦੰਗਿਆਂ ਦੇ ਨਾਂ ਹੇਠ ਮੁਸਲਮਾਨਾਂ ਦਾ ਹਕੂਮਤੀ ਸਰਪ੍ਰਸਤੀ ਹੇਠ ਜਗ੍ਹਾ ਜਗ੍ਹਾ ਕਤਲੇਆਮ ਰਚਿਆ ਜਾ ਰਿਹਾ ਸੀ। ਸਿੱਖਾਂ ਅਤੇ ਈਸਾਈਆਂ ਨੂੰ ਹਰ ਜਗ੍ਹਾ ਕੈਰੀ ਅੱਖ ਨਾਲ ਦੇਖਿਆ ਜਾ ਰਿਹਾ ਸੀ। ਦੇਸ਼ ਭਰ ਦੇ ਲੋਕਾਂ ਉੱਤੇ ਜ਼ੋਰੋ ਜਬਰੀ ਹਿੰਦੂ ਸੱਭਿਆਚਾਰਕ ਮੜਨ ਅਤੇ ਉਹਨਾਂ ਦੀਆਂ ਅਲੱਗ-ਅਲੱਗ ਧਾਰਮਿਕ, ਭਾਸ਼ਾਈ ਅਤੇ ਸੱਭਿਆਚਾਰਕ ਪਛਾਣਾਂ ਨੂੰ ਮਲੀਆ ਮੇਟ ਕਰਕੇ ਸਮੁੱਚੇ ਭਾਰਤ ਨੂੰ ਇੱਕੋ ਸਾਵੇਂ ਹਿੰਦੀ ਸੱਭਿਆਚਾਰ ਵਿੱਚ ਰੰਗਣ ਦੀਆਂ ਫਾਂਸੀ ਪ੍ਰਵਿਰਤੀਆਂ ਵਿਫਰ ਕੇ ਸਾਹਮਣੇ ਆ ਰਹੀਆਂ ਸਨ। ਹਕੀਕਤ ਵਿੱਚ ਇਹ ਉਹ ਗਰਭਸ਼ਾਲਾ ਹੈ ਜਿਸ ਚੋਂ ਭਾਰਤ ਅੰਦਰ ਕੇਂਦਰੀਕਰਨ ਦਾ ਰੁਝਾਨ ਜੀਵਨ ਦਾਨ ਤੇ ਸ਼ਕਤੀ ਗ੍ਰਹਿਣ ਕਰਦਾ ਹੈ। ਇਸ ਕਰਕੇ ਇਹਨਾਂ ਹਿੰਦੂ ਫਾਸੀ ਪ੍ਰਵਿਰਤੀਆਂ ਨੂੰ ਹਮਲੇ ਦਾ ਨਿਸ਼ਾਨਾ ਬਣਾਏ ਬਿਨਾਂ ਭਾਰਤ ਅੰਦਰ ਕੇਂਦਰੀਕਰਨ ਦੇ ਰੁਝਾਨ ਨੂੰ ਠੱਲ ਪਾਉਣ ਦਾ ਕੋਈ ਵੀ ਯਤਨ ਸਾਕਰਥ ਨਹੀਂ ਹੋ ਸਕਦਾ। ਕੇਂਦਰੀਕਰਨ ਦੇ ਰੁਝਾਨ ਨੂੰ ਹਿੰਦੂ ਫਾਂਸੀ ਪ੍ਰਵਿਰਤੀਆਂ ਦੇ ਸੰਦਰਭ ਨਾਲੋਂ ਤੋੜ ਕੇ ਦੇਖਣਾ ਅਕਾਲੀ ਲੀਡਰਸ਼ਿਪ ਕੋਲੋਂ ਕੋਈ ਅਣਭੋਲ ਵਸ ਹੋਈ ਭੁੱਲ ਨਹੀਂ ਸੀ। ਇਹ ਨਵੀਂ ਅਕਾਲੀ ਲੀਡਰਸ਼ਿਪ ਦਾ ਉਸ ਦੀ ਵਿਚਾਰਧਾਰਕ ਤਾਸੀਰ ਤੇ ਵੇਲੇ ਦੀਆਂ ਰਾਜਸੀ ਗਰਜਾਂ ਚੋਂ ਨਿਕਲਿਆ ਸੁਚੇਤ ਰਾਜਸੀ ਪੈਂਤੜਾ ਸੀ। ਅਸਲ ਵਿੱਚ ਫੈਡਰਲ ਢਾਂਚੇ ਦੀ ਮੰਗ ਦੇ ਰੂਪ ਵਿੱਚ ਨਵੀਂ ਅਕਾਲੀ ਲੀਡਰਸ਼ਿਪ ਨੂੰ ਸੰਘਰਸ਼ ਦਾ ਇੱਕ ਅਜਿਹਾ ਠੋਸ ਤੇ ਪ੍ਰਭਾਵਕਾਰੀ ਮੁੱਦਾ ਮਿਲ ਗਿਆ ਸੀ ਜੋ ਕਿ ਇੱਕ ਤਾਂ ਸਿੱਖ ਪੰਥ ਅੰਦਰਲੀਆਂ ਸਰਮਾਏਦਾਰ ਤਾਕਤਾਂ, ਖਾਸ ਕਰਕੇ ਪੇਂਡੂ ਧਨਾੜ ਤੱਤਾਂ ਦੇ ਆਰਥਿਕ ਤੇ ਰਾਜਸੀ ਹਿੱਤਾਂ ਦੇ ਅਨੁਕੂਲ ਸੀ। ਦੂਜਾ, ਇਸ ਨਾਲ ਸਿੱਖ ਪੰਥ ਦੀ ਨਿਆਰੀ ਕੌਮੀ ਹਸਤੀ ਉੱਤੇ ਬਲ ਦੇਣ ਵਾਲੀ ਰਾਜਸੀ ਧਾਰਾ ਨਾਲੋਂ ਸਪਸ਼ਟ ਰੂਪ 'ਚ ਸਿਧਾਂਤਕ ਨਖੇੜਾ ਕਰਕੇ ਮਾਸਟਰ ਤਾਰਾ ਸਿੰਘ ਦੀ ਰਾਜਸੀ ਵਿਚਾਰਧਾਰਾ ਨਾਲ ਵਧੇਰੇ ਅਸਰਦਾਰ ਤਰੀਕੇ ਨਾਲ ਨਿਪਟਿਆ ਜਾ ਸਕਦਾ ਸੀ। ਇਸ ਤੋਂ ਇਲਾਵਾ ਅਕਾਲੀ ਦਲ ਨੂੰ ਇੱਕ ਅਫਿਰਕੂ ਤਾਕਤ ਵਜੋਂ ਪੇਸ਼ ਕਰਕੇ ਪੰਜਾਬ ਦੇ ਅੰਦਰ ਤੇ ਪੰਜਾਬ ਤੋਂ ਬਾਹਰ ਹੋਰਨਾਂ ਕਾਂਗਰਸ ਵਿਰੋਧੀ ਰਾਜਸੀ ਦਲਾਂ ਨਾਲ ਮੇਲ ਜੋਲ ਸਥਾਪਿਤ ਕਰਨ ਦਾ ਭਰੋਸੇਯੋਗ ਆਧਾਰ ਸਿਰਜਿਆ ਜਾ ਸਕਦਾ ਸੀ, ਜੋ ਕਿ ਪੰਥ ਅੰਦਰਲੀਆਂ ਸਰਮਾਏਦਾਰ ਤਾਕਤਾਂ ਦੀ ਦ੍ਰਿਸ਼ਟੀ ਤੋਂ ਭਾਰਤ ਦੇ ਕਾਇਮ ਮੁਕਾਮ ਆਰਥਿਕ ਅਤੇ ਰਾਜਸੀ ਢਾਂਚੇ ਅੰਦਰ ਆਪਣੇ ਜਮਾਤੀ ਆਰਥਿਕ ਹਿੱਤਾਂ ਦੀ ਸੁਰੱਖਿਆ ਤੇ ਵਧਾਰੇ ਲਈ ਬੇਹੱਦ ਜ਼ਰੂਰੀ ਸੀ। ਇਸ ਤਰ੍ਹਾਂ ਬਟਾਲਾ ਕਾਨਫਰੰਸ ਦੇ ਮਤੇ ਨਾਲ ਪੇਂਡੂ ਸਿੱਖ ਸਰਮਾਏਦਾਰੀ ਦੇ ਹਿੱਤਾਂ ਨੂੰ ਪਰਨਾਈ ਨਵੀਂ ਅਕਾਲੀ ਲੀਡਰਸ਼ਿਪ ਨੂੰ ਇੱਕ ਅਜਿਹਾ ਰਾਜਸੀ ਮੁੱਦਾ ਤੇ ਨਾਅਰਾ ਮਿਲ ਗਿਆ ਜਿਸ ਨਾਲ ਸਿੱਖ ਲਹਿਰ ਦੇ ਮੂਲ ਉਦੇਸ਼ਾਂ, ਬੁਨਿਆਦੀ ਕਾਰਜਾਂ ਤੇ ਚੋਟ ਨਿਸ਼ਾਨੇ ਅੰਦਰ ਅਛੋਪਲੇ ਹੀ ਵੱਡੀ ਫੇਰ ਬਦਲ ਹੋ ਗਈ। ਅਕਾਲੀ ਦਲ ਦੇ ਮਤਿਆਂ ਤੇ ਅਕਾਲੀ ਆਗੂਆਂ ਦੇ ਕਥਨਾਂ ਅੰਦਰ ਸਿੱਖ ਕੌਮ ਦੀ ਨਿਆਰੀ ਹਸਤੀ ਨੂੰ ਬਚਾਉਣ ਤੇ ਪ੍ਰਫੁੱਲਤ ਕਰਨ ਦਾ ਰਸਮੀ ਜ਼ਿਕਰ ਜ਼ਰੂਰ ਹੁੰਦਾ ਰਿਹਾ, ਪਰੰਤੂ ਅਕਾਲੀ ਦਲ ਦੇ ਪ੍ਰੋਗਰਾਮ ਦੇ ਕਾਰਜਾਂ ਅਮਲਾਂ ਅੰਦਰ ਇਸ ਦੀ ਆਭਾ ਨਿਰੰਤਰ ਗਾਇਬ ਹੁੰਦੀ ਚਲੀ ਗਈ। ਅਕਾਲੀ ਲੀਡਰਸ਼ਿਪ ਅੰਦਰ ਸਿੱਖ ਪੰਥ ਦੀ ਸੁਤੰਤਰ ਪਛਾਣ ਨੂੰ ਹਿੰਦੂਵਾਦੀ ਤਾਕਤਾਂ ਹੱਥੋਂ ਦਰਪੇਸ਼ ਖਤਰੇ ਨੂੰ ਘਟਾ ਕੇ ਦੇਖਣ ਜਾਂ ਉੱਕਾ ਹੀ ਨਜ਼ਰਅੰਦਾਜ਼ ਕਰ ਦੇਣ ਦੀ ਕੁਰੂਚੀ ਜੋੜ ਫੜ ਗਈ। ਸਿੱਖੀ ਦੇ ਤੇਜ਼ੀ ਨਾਲ ਹੋ ਰਹੇ ਜਾਂ ਕੀਤੇ ਜਾ ਰਹੇ ਬ੍ਰਾਹਮਣੀਕਰਨ ਬਾਰੇ ਤਾਂ ਨਵੀਂ ਅਕਾਲੀ ਲੀਡਰਸ਼ਿਪ ਨੂੰ ਉੱਕਾ ਹੀ ਸੋਝੀ ਜਾਂ ਚਿੰਤਾ ਨਹੀਂ ਸੀ, ਕਿਉਂਕਿ ਖੁਦ ਇੱਕ ਲੋਟੂ ਸਰਮਾਏਦਾਰ ਵਰਗ ਹੋਣ ਕਰਕੇ ਉਸ ਦੀ ਸਿੱਖ ਧਰਮ ਦੇ ਮੂਲ ਸਿਧਾਂਤਾਂ ਤੇ ਕਦਰਾਂ ਕੀਮਤਾਂ ਨਾਲ ਦਿਲੀ ਪ੍ਰਤੀਬੱਧਤਾ ਨਹੀਂ ਸੀ ਤੇ ਨਾ ਹੀ ਹੈ। ਉਸ ਦੀ ਵੱਧ ਰੁਚੀ ਸਿੱਖ ਜਨਤਾ ਅੰਦਰ ਮੌਜੂਦ ਸਿੱਖੀ ਦੇ ਜਜ਼ਬੇ ਦਾ ਆਪਣੇ ਜਮਾਤੀ ਸਿਆਸੀ ਹਿੱਤਾਂ ਲਈ ਇਸਤੇਮਾਲ ਕਰਨ ਵਿੱਚ ਹੈ। ਉਸ ਦਾ ਜਮਾਤੀ ਰੁਤਬਾ ਤੇ ਲੋਟੂ ਪ੍ਰਵਿਰਤੀ ਉਸ ਨੂੰ ਖੁਦ ਸਿੱਖ ਵਿਚਾਰਧਾਰਾ ਅੰਦਰ ਬ੍ਰਾਹਮਣਵਾਦੀ ਖੋੜ ਰਲਾਉਣ ਦੇ ਅਮਲ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕਰਦੀ ਹੈ। ਇਹੀ ਵਜ੍ਹਾ ਹੈ ਕਿ ਜਦ ਤੱਕ 80ਵਿਆਂ 'ਚ ਜਾ ਕੇ ਸਿੱਖ ਸੰਘਰਸ਼ ਨੇ ਇਨਕਲਾਬੀ ਮੋੜਾ ਨਹੀਂ ਕੱਟ ਲਿਆ, ਤਦ ਤੱਕ ਅਕਾਲੀ ਲੀਡਰਸ਼ਿਪ ਦੇ ਵਿਚਾਰਧਾਰਕ ਪ੍ਰਭਾਵ ਹੇਠ ਸਿੱਖੀ ਦਾ ਜੋ ਪ੍ਰਚਾਰ ਪ੍ਰਸਾਰ ਹੁੰਦਾ ਰਿਹਾ, ਉਸ ਵਿੱਚ ਸਿੱਖੀ ਨੂੰ ਬ੍ਰਾਹਮਣਵਾਦੀ ਅਸਰਾਂ ਤੋਂ ਸੁਰਖਰੂ ਕਰਨ ਦੀ ਚੇਤਨਾ ਦੇ ਦਾਬ ਲਗਭਗ ਗਾਇਬ ਰਹੀ। ਅਕਾਲੀ ਰਾਜਨੀਤੀ ਅੰਦਰ ਬ੍ਰਾਹਮਣਵਾਦ ਨੂੰ ਚੋਟ ਨਿਸ਼ਾਨਾ ਬਣਾਉਣ ਦੀ ਗੱਲ ਉੱਕਾ ਹੀ ਵਿਸਾਰ ਦਿੱਤੀ ਗਈ। ਜੇਕਰ ਮਾਸਟਰ ਤਾਰਾ ਸਿੰਘ ਵੱਲੋਂ 2 ਅਗਸਤ 1965 ਨੂੰ ਕੌਮਾਂਤਰੀ ਪ੍ਰੈਸ ਕਾਨਫਰੰਸ ਅੰਦਰ ਜਾਰੀ ਕੀਤੇ ਗਏ ਮਹੱਤਵਪੂਰਨ ਨੀਤੀ ਬਿਆਨ ਅਤੇ ਨਵੀਂ ਅਕਾਲੀ ਲੀਡਰਸ਼ਿਪ
ਦੁਆਰਾ ਬਟਾਲਾ ਕਾਨਫਰੰਸ ਦੇ ਮਤੇ ਦੇ ਰੂਪ ਵਿੱਚ ਉਭਾਰੀ ਗਈ ਨਵੀਂ ਸਿਧਾਂਤਕ ਪੋਜੀਸ਼ਨ ਦਾ ਮੜਕਵਾਂ ਮੁਕੰਮਲ ਮੁਲਾਂਕਣ ਕੀਤਾ ਜਾਵੇ ਤਾਂ ਦੋਨਾਂ ਅੰਦਰ ਹੀ ਕੁਝ ਰੜਕਵੀਆਂ ਖਾਮੀਆਂ ਦੇਖੀਆਂ ਜਾ ਸਕਦੀਆਂ ਹਨ। ਮਾਸਟਰ ਤਾਰਾ ਸਿੰਘ ਨੇ ਨੀਤੀ ਬਿਆਨ ਅੰਦਰ ਜਿੱਥੇ ਆਜ਼ਾਦੀ ਤੋਂ ਬਾਅਦ ਭਾਰਤ ਅੰਦਰ ਉੱਭਰੇ ਹਿੰਦੂ ਪੁਨਰਵਾਦ ਦੇ ਵਰਤਾਰੇ ਤੇ ਇਸ ਦੇ ਘੱਟ ਗਿਣਤੀ ਧਾਰਮਿਕ ਤੇ ਸੱਭਿਆਚਾਰਕ ਭਾਈਚਾਰਿਆਂ ਦੀ ਹੋਣੀ ਉੱਤੇ ਪੈ ਰਹੇ ਪ੍ਰਭਾਵਾਂ ਦਾ ਬਹੁਤ ਹੀ ਡੂੰਘਾ ਭਰਵਾਂ ਤੇ ਬੇਲਿਹਾਜ਼ ਵਿਸ਼ਲੇਸ਼ਣ ਕੀਤਾ ਗਿਆ। ਉਥੇ ਭਾਰਤ ਦੇ ਆਰਥਿਕ ਤੇ ਸਮਾਜੀ ਖੇਤਰ ਅੰਦਰ ਵਾਪਰੀਆਂ ਅਹਿਮ ਤਬਦੀਲੀਆਂ ਦੇ ਫਲਸਰੂਪ ਖੇਤਰੀ ਪੱਧਰ ਤੇ ਉੱਭਰ ਕੇ ਸਾਹਮਣੇ ਆਈਆਂ ਨਵੀਆਂ ਸਮਾਜੀ ਆਰਥਿਕ ਤੇ ਰਾਜਸੀ ਤਾਕਤਾਂ ਅਤੇ ਉਹਨਾਂ ਦੇ ਦਿੱਲੀ ਦਰਬਾਰ ਨਾਲ ਪੈ ਰਹੇ ਰਾਜਸੀ ਪੇਚਿਆਂ ਦੀ ਹਕੀਕਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਰਾਜਸੀ ਹਾਲਤ ਦੇ ਇਸ ਅਧੂਰੇ ਅਤੇ ਨੁਕਸਾਨਦਾਰ ਵਿਸ਼ਲੇਸ਼ਣ ਸਦਕਾ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠਲਾ ਅਕਾਲੀ ਧੜਾ ਨਾ ਸਿਰਫ ਸੰਤ ਫਤਿਹ ਸਿੰਘ ਦੀ ਅਗਵਾਈ ਹੇਠਲੀ ਵਰਗ ਦੀ ਹਕੀਕੀ ਤਾਕਤ ਦਾ ਸਹੀ ਅੰਦਾਜ਼ਾ ਲਾਉਣ ਵਿੱਚ ਮਾਰ ਖਾ ਬੈਠਾ, ਸਗੋਂ ਉਹ ਸ਼ੁਰੂ ਦੌਰ ਅੰਦਰ ਕੇਂਦਰੀਕਰਨ ਦੇ ਰੁਝਾਨ ਨਾਲ ਤਿੱਖੇ ਟਕਰਾਓ ਵਿੱਚ ਆ ਰਹੀਆਂ ਇਹਨਾਂ ਨਵੀਆਂ ਖੇਤਰੀ ਤਾਕਤਾਂ ਪ੍ਰਤੀ ਨਾਕਾਰੀ ਰਵੱਈਆ ਅਖਤਿਆਰ ਕਰਨ ਦੀ ਵੱਡੀ ਰਾਜਨੀਤਿਕ ਭੁੱਲ ਕਰ ਬੈਠਾ। ਸਰਦਾਰ ਕਪੂਰ ਸਿੰਘ ਵੱਲੋਂ ਬਟਾਲਾ ਕਾਨਫਰੰਸ ਦੇ ਮਤੇ ਦੀ ਖਰਵੀਂ ਆਲੋਚਨਾ ਚੋਂ ਇਸ ਨੁਕਸਦਾਰ ਪਹੁੰਚ ਦੀ ਗੂੜੀ ਝਲਕ ਮਿਲਦੀ ਹੈ। ਬਾਅਦ ਵਿੱਚ ਚੰਡੀਗੜ੍ਹ ਵਿਖੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਲਾਨਾ ਅਜਲਾਸ ਅੰਦਰ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਰਦਾਰ ਕਪੂਰ ਸਿੰਘ ਨੇ ਇਸ ਗਲਤੀ ਨੂੰ ਦਰੁਸਤ ਕਰਦਿਆਂ ਹੋਇਆਂ ਭਾਰਤ ਦੇ ਅਲੱਗ-ਅਲੱਗ ਖਿੱਤਿਆਂ ਅੰਦਰ ਉੱਭਰ ਵਿਕਸ ਰਹੀਆਂ ਖੇਤਰੀ ਪਛਾਣਾਂ ਦਾ ਇੱਕ ਹਾਂਦਰੂ ਵਰਤਾਰੇ ਵਜੋਂ ਮੁਲਾਂਕਣ ਕੀਤਾ ਅਤੇ ਭਾਰਤ ਅੰਦਰ ਕਸਵੇਂ ਕੰਟਰੋਲ ਵਾਲੀ ਕੇਂਦਰ ਮੁਖੀ ਰਾਜਸੀ ਪ੍ਰਣਾਲੀ ਦੀ ਥਾਂ ਤੱਤ ਰੂਪ ਵਿੱਚ ਫੈਡਰਲ ਅਸੂਲਾਂ ਤੇ ਆਧਾਰਿਤ ਢਾਂਚੇ ਦੀ ਵਕਾਲਤ ਕੀਤੀ। ਪਰ ਮਾਸਟਰ ਧੜੇ ਦੀ ਇਸ ਸਿਧਾਂਤਕ ਉਕਾਈ ਦੀ ਤੁਲਨਾ 'ਚ ਸੰਤ ਫਤਿਹ ਸਿੰਘ ਦੀ ਛਤਰ ਛਾਇਆ ਹੇਠ ਉੱਭਰ ਉਸਰ ਰਹੀ ਨਵੀਂ ਅਕਾਲੀ ਲੀਡਰਸ਼ਿਪ ਦਾ ਕੁਰਾਹਾ ਕਿਤੇ ਵੱਧ ਗੰਭੀਰ ਅਤੇ ਮਾਰੂ ਸਾਬਤ ਹੋਇਆ। 1967 ਤੋਂ ਬਾਅਦ ਭਾਰਤੀ ਅੰਦਰ ਰਾਜਾਂ ਨੂੰ ਵਧੇਰੇ ਵਿੱਤੀ ਤੇ ਰਾਜਸੀ ਅਧਿਕਾਰਾਂ ਦੀ ਮੰਗ ਦਾ ਜ਼ੋਰ ਫੜ ਜਾਣਾ ਬਿਨਾਂ ਸ਼ੱਕ ਇੱਕ ਸ਼ੁਭ ਘਟਨਾਕ੍ਰਮ ਸੀ, ਪਰੰਤੂ ਭਾਰਤ ਦੀ ਧਾਰਮਿਕ ਅਤੇ ਸੱਭਿਆਚਾਰਕ ਵੰਨ-ਸੁਵੰਨਤਾ ਦੇ ਪੱਖ ਨੂੰ ਨਜ਼ਰਅੰਦਾਜ਼ ਕਰਕੇ ਸਮੁੱਚੇ ਭਾਰਤ ਅੰਦਰ ਇੱਕ ਇਕਹਿਰੀ ਤਰ੍ਹਾਂ ਦੇ ਢਾਂਚੇ ਦੀ ਗੱਲ ਕਰਨੀ ਬਦਲਵੇਂ ਪੈਂਤੜੇ ਤੋਂ ਹਿੰਦੂਵਾਦ ਦਾ ਹੀ ਪੱਖ ਪੂਰਨਾ ਹੈ। ਭਾਰਤ ਦੀ ਸਮਾਜੀ ਅਤੇ ਰਾਜਸੀ ਹਕੀਕਤ ਦੇ ਬਹੁਪਰਤੀ ਅਤੇ ਗੁੰਝਲਦਾਰ ਖਾਸੇ ਨੂੰ ਸਮਝਣਾ ਨਿਹਾਇਤ ਜ਼ਰੂਰੀ ਹੈ। ਇਸ ਸੰਬੰਧ ਵਿੱਚ ਕੁੱਲ ਤੋਂ ਅਹਿਮ ਗੱਲ ਇਹ ਹੈ ਕਿ ਹਿੰਦੂ ਵਰਗ ਆਪਣੀ ਬਹੁਗਿਣਤੀ ਦੇ ਜ਼ੋਰ ਨਾਲ ਗੈਰ ਹਿੰਦੂ ਵਰਗਾਂ ਉੱਤੇ ਆਪਣਾ ਧਾਰਮਿਕ ਤੇ ਸੱਭਿਆਚਾਰਕ ਗਲਬਾ ਪਾਉਣ ਦੀ ਜ਼ੋਰਦਾਰ ਫਾਸੀ ਪ੍ਰਵਿਰਤੀ ਰੱਖਦਾ ਹੈ, ਜਿਸ ਨਾਲ ਗੈਰ ਹਿੰਦੂ ਭਾਈਚਾਰਿਆਂ ਅੰਦਰ ਆਪਣੀ ਅਲੱਗ ਪਛਾਣ ਅਤੇ ਹਸਤੀ ਨੂੰ ਬਚਾਉਣ ਦਾ ਤਿੱਖਾ ਸਰੋਕਾਰ ਪੈਦਾ ਹੁੰਦਾ ਹੈ। ਅਗਾਂਹ ਹਿੰਦੂ ਵਰਗ ਅੰਦਰੋਂ ਵੀ ਮੁੱਖ ਤੌਰ ਤੇ ਹਿੰਦੀ ਖੇਤਰ ਜਾਂ ਜਿਸ ਨੂੰ ਗਊ ਮੰਡਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦਾ ਜਾਤ ਅਭਿਮਾਨੀ ਹਿੰਦੂ ਲਾਣਾ ਹੈ, ਜੋ ਭਾਰਤ ਦੇ ਰਾਜਕੀ ਪ੍ਰਬੰਧਕੀ ਢਾਂਚੇ ਅੰਦਰ ਆਪਣੀ ਭਾਰੂ ਹੈਸੀਅਤ ਸਦਕਾ ਹਕੀਕੀ ਅਰਥਾਂ ਵਿੱਚ ਨੀਤੀ ਨਿਰਧਾਰਨ ਅਤੇ ਨੀਤੀ ਸੰਚਾਲਨ ਕਰਦਾ ਹੈ। ਹਿੰਦੂ ਭਾਈਚਾਰੇ ਅੰਦਰਲਾ ਵਧੇਰੇ ਫਿਰਕੂ ਤੇ ਤਵੱਸਬੀ ਤੱਤ ਹੋਣ ਕਰਕੇ ਇਹ ਵਰਗ ਭਾਰਤੀ ਰਾਜ ਦੀਆਂ ਹੱਦਾਂ ਅੰਦਰ ਵਸਦੇ ਸਾਰੇ ਧਾਰਮਿਕ ਤੇ ਭਾਸ਼ਾਈ ਭਾਈਚਾਰਿਆਂ ਉੱਤੇ ਆਪਣਾ ਹਿੰਦੂ ਅਤੇ ਹਿੰਦੀ ਸੱਭਿਆਚਾਰ ਮੜਨ ਦੀ ਧੱਕੜਸ਼ਾਹ ਪ੍ਰਵਿਰਤੀ ਰੱਖਦਾ ਹੈ, ਜਿਸ ਨਾਲ ਇਸ ਵਰਗ ਦੇ ਗੈਰ ਹਿੰਦੀ ਖੇਤਰਾਂ ਦੀ ਹਿੰਦੂ ਜਨਤਾ ਨਾਲ ਵੀ ਤਿੱਖੇ ਵਿਰੋਧ ਤੇ ਬਖੇੜੇ ਪੈਦਾ ਹੁੰਦੇ ਰਹਿੰਦੇ ਹਨ। ਜਮਾਤੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਭਾਰਤ ਦੀ ਵੱਡੀ ਹਿੰਦੂ ਸਰਮਾਏਦਾਰੀ ਸਮੁੱਚੀ ਭਾਰਤੀ ਮੰਡੀ ਨੂੰ ਆਪਣੀ ਲੁੱਟ-ਖੋਹ ਦੀ ਸ਼ਿਕਾਰਗਾਹ ਬਣਾਈ ਰੱਖਣ ਲਈ ਆਰਥਿਕ ਅਤੇ ਰਾਜਸੀ ਖੇਤਰ ਅੰਦਰ ਤਾਕਤਾਂ ਦੇ ਵਧੇਰੇ ਕੇਂਦਰੀਕਰਨ ਦੀ ਮੁੱਦਈ ਹੈ, ਜਦਕਿ ਖੇਤਰੀ ਪੱਧਰ ਤੇ ਸਰਮਾਏਦਾਰ ਵਰਗ ਆਪੋ ਆਪਣੇ ਖੇਤਰਾਂ ਨੂੰ ਵੱਡੀ ਸਰਮਾਏਦਾਰੀ ਦੇ ਗਲਬੇ ਤੋਂ ਮਹਿਫੂਜ਼ ਰੱਖਣ ਅਤੇ ਆਪਣੇ ਹਿੱਤਾਂ ਤੇ ਲੋੜਾਂ ਦੇ ਅਨੁਕੂਲ ਆਰਥਿਕ ਨੀਤੀਆਂ ਲਾਗੂ ਕਰਨ ਦੀ ਆਜ਼ਾਦੀ ਹਾਸਲ ਕਰਨ ਵਾਸਤੇ
ਤਾਕਤਾਂ ਦੇ ਅਣਕੇਂਦਰੀਕਰਨ ਅਥਵਾ ਰਾਜਾਂ ਨੂੰ ਵਧੇਰੇ ਵਿੱਤੀ ਤੇ ਰਾਜਸੀ ਖੁਦ ਮੁਖਤਿਆਰੀ ਦੇਣ ਦੀ ਵਕਾਲਤ ਕਰਦੇ ਹਨ। ਭਾਰਤ ਅੰਦਰ ਫੈਡਰਲ ਢਾਂਚੇ ਦੀ ਤਜਵੀਜ਼ ਅੰਦਰ ਇਹਨਾਂ ਤਿੰਨੋਂ ਪੱਖਾਂ ਨੂੰ ਬਰਾਬਰ ਗਿਣਤੀ ਵਿੱਚ ਰੱਖਣ ਦੀ ਲੋੜ ਹੈ। ਉਦਾਹਰਣ ਵਜੋਂ ਭਾਰੂ ਹਿੰਦੂ ਵਸੋਂ ਵਾਲੇ ਹਿੰਦੀ ਭਾਸ਼ਾਈ ਰਾਜਾਂ ਜਿਵੇਂ ਹਰਿਆਣਾ, ਰਾਜਸਥਾਨ, ਯੂਪੀ ਆਦਿ ਅਤੇ ਭਾਰੂ ਹਿੰਦੂ ਵਸੋਂ ਵਾਲੇ ਗੈਰ ਹਿੰਦੀ ਭਾਸ਼ਾਈ ਰਾਜਾਂ ਖਾਸ ਕਰਕੇ ਦੱਖਣੀ ਪ੍ਰਾਂਤਾਂ ਦੇ ਸਰੋਕਾਰ ਅਤੇ ਸਮੱਸਿਆਵਾਂ ਇੱਕ ਸਮਾਨ ਨਹੀਂ। ਜਿੱਥੋਂ ਤੱਕ ਭਾਰੂ ਗੈਰ ਹਿੰਦੂ ਵਸੋਂ ਵਾਲੇ ਰਾਜਾਂ ਦਾ ਸੰਬੰਧ ਹੈ, ਉਹਨਾਂ ਨੂੰ ਦਰਪੇਸ਼ ਖਤਰਿਆਂ, ਮਸਲਿਆਂ ਤੇ ਸਮੱਸਿਆਵਾਂ ਦੀ ਵੰਨਗੀ ਅਸਲੋਂ ਹੀ ਵੱਖਰੀ ਹੈ। ਇਸ ਕਰਕੇ ਇਹਨਾਂ ਤਿੰਨੋਂ ਕਿਸਮ ਦੇ ਰਾਜਾਂ ਦੀਆਂ ਸਮੱਸਿਆਵਾਂ ਤੇ ਸਰੋਕਾਰਾਂ ਅੰਦਰਲੇ ਅੰਤਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਫੈਡਰਲ ਪ੍ਰਣਾਲੀ ਅੰਦਰ ਲੋੜ ਮੁਤਾਬਕ ਲਚਕੀਲਾਪਣ ਅਤੇ ਭਿੰਨਤਾ ਜ਼ਰੂਰੀ ਹੈ। ਪੰਜਾਬ ਨੂੰ ਭਾਰੂ ਸਿੱਖ ਵਸੋਂ ਵਾਲਾ ਰਾਜ ਹੋਣ ਦੇ ਨਾਤੇ ਹਰਿਆਣਾ ਜਾਂ ਰਾਜਸਥਾਨ ਨਾਲੋਂ ਯਕੀਨਨ ਹੀ ਉਚੇਰੇ ਦਰਜੇ ਦੀ ਖੁਦ ਮੁਖਤਿਆਰੀ ਦੀ ਜ਼ਰੂਰਤ ਹੈ। ਇਹੋ ਗੱਲ ਕਸ਼ਮੀਰ ਅਤੇ ਉੱਤਰ ਪੂਰਬੀ ਰਾਜਾਂ ਤੇ ਲਾਗੂ ਹੁੰਦੀ ਹੈ। ਇਸ ਸੰਦਰਭ ਵਿੱਚ ਦੇਖਿਆਂ ਅਕਾਲੀ ਲੀਡਰਸ਼ਿਪ ਸਾਹਮਣੇ ਦਰਪੇਸ਼ ਹਾਲਤਾਂ ਵੱਧ ਚੁਣੌਤੀ ਭਰਪੂਰ ਅਤੇ ਗੁੰਝਲਾਂ ਭਰੀਆਂ ਹਨ। ਹਕੀਕਤ ਦਾ ਇਹ ਪੱਖ ਇਹ ਹੈ ਕਿ ਅਕਾਲੀ ਲੀਡਰਸ਼ਿਪ ਮੁੱਖ ਤੌਰ ਤੇ ਪੇਂਡੂ ਸਿੱਖ ਸਰਮਾਏਦਾਰ ਵਰਗ ਦੇ ਹਿੱਤਾਂ ਦੀ ਤਰਜਮਾਨੀ ਕਰਦਾ ਹੈ, ਪਰ ਨਾਲ ਹੀ ਹਕੀਕਤ ਦਾ ਦੂਜਾ ਵਧੇਰੇ ਮਹੱਤਵਪੂਰਨ ਪੱਖ ਇਹ ਹੈ ਕਿ ਉਹ ਉਸ ਧਾਰਮਿਕ ਭਾਈਚਾਰੇ ਦਾ ਅੰਗ ਹੈ ਜਿਸ ਨੂੰ ਭਾਰਤ ਅੰਦਰ ਨਾ ਸਿਰਫ ਹਰ ਖੇਤਰ ਅੰਦਰ ਭਾਰੀ ਭੇਦਭਾਵ, ਜ਼ੁਲਮ ਅਤੇ ਅਨਿਆਏ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਜਿਸ ਦੀ ਸੁਤੰਤਰ ਪਛਾਣ ਅਤੇ ਹਸਤੀ ਹੀ ਖਤਰੇ ਮੂੰਹ ਆਈ ਹੋਈ ਹੈ। ਅਕਾਲੀ ਲੀਡਰਸ਼ਿਪ ਦਾ ਜਮਾਤੀ ਸੁਭਾਅ ਉਸ ਨੂੰ ਆਪਣੇ ਆਰਥਿਕ ਤੇ ਸਿਆਸੀ ਹਿੱਤਾਂ ਨੂੰ ਪ੍ਰਮੁੱਖਤਾ ਦੇਣ ਅਤੇ ਸਿੱਖ ਪੰਥ ਦੇ ਧਾਰਮਿਕ ਸੱਭਿਆਚਾਰਕ ਸਰੋਕਾਰਾਂ ਨੂੰ ਜਿੰਨਾ ਹੋ ਸਕੇ ਪਿਛਵਾੜੇ ਧੱਕਣ ਦੀ ਲਈ ਪ੍ਰੇਰਿਤ ਕਰਦਾ ਹੈ। ਉਸ ਦੀ ਇਹ ਰੁਚੀ ਰਾਜਨੀਤੀ ਅੰਦਰ ਲਗਾਤਾਰ ਪ੍ਰਗਟ ਹੁੰਦੀ ਰਹਿੰਦੀ ਹੈ। ਅਸਲ ਵਿੱਚ ਦੇਖਿਆ ਜਾਵੇ ਤਾਂ ਸਿੱਖ ਸਰਮਾਏਦਾਰ ਵਰਗ ਦਾ ਕਿਰਦਾਰ ਅਤੇ ਅਮਲ ਦੂਹਰਾ ਹੈ। ਭਾਰਤ ਦੇ ਹਿੰਦੂ ਹਾਕਮਾਂ ਨਾਲ ਉਸ ਦੇ ਰਿਸ਼ਤੇ ਨੂੰ ਦੋ ਵਿਰੋਧੀ ਪੱਖ ਬਰਾਬਰ ਪ੍ਰਭਾਵਿਤ ਕਰਦੇ ਹਨ। ਸਿੱਖ ਕੌਮ ਦਾ ਅੰਗ ਹੋਣ ਕਰਕੇ ਉਸ ਨੂੰ ਭਾਰਤੀ ਹਾਕਮਾਂ ਦੀਆਂ ਵਧੀਕੀਆਂ, ਬੇਇਨਸਾਫੀਆਂ ਤੇ ਵਿਤਕਰੇਬਾਜ਼ੀ ਦਾ ਨਿਰੰਤਰ ਸੇਕ ਝੱਲਣਾ ਪੈਂਦਾ ਹੈ। ਖੇਤਰੀ ਪੱਧਰ ਦੀ ਸਰਮਾਏਦਾਰੀ ਤਾਕਤ ਹੋਣ ਕਰਕੇ ਵੀ ਉਸ ਦੇ ਵੱਡੀ ਹਿੰਦੂ ਸਰਮਾਏਦਾਰੀ ਨਾਲ ਝਗੜੇ ਤੇ ਵਿਰੋਧ ਖੜੇ ਹੁੰਦੇ ਰਹਿੰਦੇ ਹਨ। ਇਹ ਦੋਨੋਂ ਗੱਲਾਂ ਉਸ ਨੂੰ ਭਾਰਤ ਦੇ ਹੁਕਮਰਾਨ ਵਰਗ ਨਾਲ ਟਕਰਾਓ ਤੇ ਸੰਘਰਸ਼ ਦੇ ਰਾਹ ਵੱਲ ਧੱਕਦੀਆਂ ਹਨ, ਪਰ ਨਾਲ ਹੀ ਖੁਦ ਇੱਕ ਲੋਟੂ ਸਰਮਾਏਦਾਰ ਵਰਗ ਹੋਣ ਕਰਕੇ ਉਸ ਦਾ ਵੱਡੀ ਹਿੰਦੂ ਸਰਮਾਏਦਾਰੀ ਨਾਲ ਹਿੱਤਾਂ ਦਾ ਮੇਲ ਵੀ ਹੈ। ਭਾਰਤ ਦੀ ਆਰਥਿਕ ਅਤੇ ਰਾਜਸੀ ਪ੍ਰਣਾਲੀ ਉਸ ਦੀਆਂ ਜਮਾਤੀ ਗਰਜਾਂ ਦਾ ਚੋਖੀ ਹੱਦ ਤੱਕ ਘਰ ਪੂਰਾ ਕਰਦੀ ਹੈ, ਜਿਸ ਨਾਲ ਉਸ ਅੰਦਰ ਹਿੰਦੂ ਹਾਕਮਾਂ ਨਾਲ ਸਮਝੌਤੇ ਤੇ ਭਾਈਵਾਲੀ ਦੀਆਂ ਰੁਚੀਆਂ ਪ੍ਰਫੁੱਲਤ ਹੁੰਦੀਆਂ ਹਨ। ਇਸ ਸਬੰਧ ਵਿੱਚ ਪ੍ਰੋਫੈਸਰ ਕਿਸ਼ਨ ਸਿੰਘ ਸਵਰਗਵਾਸੀ ਦਾ ਇਹ ਨਿਰਣਾ ਕਾਫੀ ਰੁਸ਼ਨਾਊ ਹੈ ਕਿ ਸਿੱਖ ਸਰਮਾਏਦਾਰੀ ਦੀ ਪੋਜੀਸ਼ਨ ਬੜੀ ਮੁਸ਼ਕਲ ਹੈ, ਪਰ ਉਸ ਦਾ ਰੋਲ ਪੋਜੀਸ਼ਨ ਨਾਲੋਂ ਵੀ ਗਿਆ ਗੁਜ਼ਰਿਆ ਹੈ। ਉਹ ਰਗੜਾ ਝਗੜਾ ਕਰਕੇ ਕੇਂਦਰੀ ਹਿੰਦੂ ਸਰਮਾਏਦਾਰੀ ਕੋਲੋਂ ਰੁਪਈਏ ਵਿੱਚੋਂ ਆਨਾ-ਦੁਆਨੀ ਹਿੱਸਾ ਹੀ ਲੈਣਾ ਅੰਤ ਮਨਜ਼ੂਰੇ ਨਜ਼ਰ ਹਿੰਦੂ ਸਰਮਾਏਦਾਰੀ ਦੇ ਹੀ ਹੋਣਾ ਹੁੰਦਾ ਹੈ ਜਾਂ ਹੋਣਾ ਚਾਹੁੰਦੀ ਹੈ। ਜਿੱਥੋਂ ਤੱਕ ਸਿੱਖ ਕੌਮ ਦਾ ਸਵਾਲ ਹੈ, ਉਸ ਦਾ ਭਾਰਤ ਦੇ ਹਿੰਦੂ ਹਾਕਮਾਂ ਨਾਲ ਵਿਰੋਧ ਮੌਸਮੀ ਨਹੀਂ, ਬੁਨਿਆਦੀ ਹੈ। ਜਿੰਨਾ ਚਿਰ ਹਿੰਦੂ ਸਿੱਖ ਲੀਡਰਸ਼ਿਪ ਸਿੱਖ ਪੰਥ ਨੂੰ ਹਿੰਦੂਵਾਦ ਦੇ ਖਾਰੇ ਸਮੁੰਦਰ ਅੰਦਰ ਜਜ਼ਬ ਕਰਕੇ ਖਤਮ ਕਰ ਦੇਣ ਦੀ ਪ੍ਰਵਿਰਤੀ ਦਾ ਮੁਕੰਮਲ ਰੂਪ ਵਿੱਚ ਤਿਆਗ ਨਹੀਂ ਕਰ ਦਿੰਦੀ, ਉਹਨਾਂ ਚਿਰ ਸਿੱਖ ਪੰਥ ਦਾ ਭਾਰਤ ਦੇ ਹਿੰਦੂ ਹਾਕਮਾਂ ਨਾਲ ਨਿਭਾਅ ਸੰਭਵ ਨਹੀਂ। ਇਸ ਤਰ੍ਹਾਂ ਅਕਾਲੀ ਲੀਡਰਸ਼ਿਪ ਨੂੰ ਇਹਨਾਂ ਦੋ ਉਲਟ ਦਿਸ਼ਾਵੀ ਦਬਾਵਾਂ ਦਾ ਲਗਾਤਾਰ ਪ੍ਰਕੋਪ ਝੱਲਣਾ ਪੈ ਰਿਹਾ ਹੈ। ਸਿੱਖ ਸਰਮਾਏਦਾਰੀ ਦੀਆਂ ਗਰਜਾਂ ਉਸ ਨੂੰ ਹਿੰਦੂ ਹਾਕਮਾਂ ਨਾਲ ਸਮਝੌਤੇ ਤੇ ਭਾਈਵਾਲੀ ਦੇ ਰਾਹ ਉੱਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ, ਜਦਕਿ ਸਿੱਖ ਕੌਮ ਦੇ ਹਿੱਤ ਉਸ ਕੋਲੋਂ ਹਿੰਦੂ ਹਾਕਮਾਂ ਵਿਰੁੱਧ ਅਡੋਲ ਸੰਘਰਸ਼ ਦੀ ਮੰਗ ਕਰਦੇ ਹਨ। ਅਕਾਲੀ ਲੀਡਰਸ਼ਿਪ ਦਾ ਇਹ ਦਵੰਦ ਅਕਾਲੀ ਰਾਜਨੀਤੀ ਅੰਦਰ ਵਾਰ-ਵਾਰ ਸੰਕਟ ਤੇ ਬਖੇੜੇ ਖੜੇ ਕਰਦਾ ਆ ਰਿਹਾ ਹੈ। ਸਿਰਲੇਖ ਗਿਰਾਵਟ ਦਾ ਦੌਰ।
ਇਸੇ ਅਰਸੇ ਦੌਰਾਨ ਚੰਡੀਗੜ੍ਹ ਦਾ ਮਸਲਾ ਅਕਾਲੀ ਲੀਡਰਸ਼ਿਪ ਲਈ ਖਾਸ ਤੌਰ ਤੇ ਸੰਤ ਫਤਿਹ ਸਿੰਘ ਲਈ ਵੱਡੀਆਂ ਰਾਜਸੀ ਪਰੇਸ਼ਾਨੀਆਂ ਦਾ ਕਾਰਨ ਬਣਿਆ ਰਿਹਾ। 1966 ਵਿੱਚ ਉਸਨੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਅਤੇ ਪੰਜਾਬ ਤੇ ਹਰਿਆਣੇ ਵਿੱਚ ਰੱਖੀਆਂ ਸਾਂਝੀਆਂ ਕੜੀਆਂ ਨੂੰ ਖਤਮ ਕਰਨ ਦੀਆਂ ਮੰਗਾਂ ਨੂੰ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ 17 ਦਸੰਬਰ ਵਾਲੇ ਦਿਨ ਮਰਨ ਵਰਤ ਸ਼ੁਰੂ ਕਰਨ ਅਤੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ 10 ਦਿਨਾਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ 27 ਦਸੰਬਰ ਆਪਣੇ ਆਪ ਨੂੰ ਅੱਗ ਦੀਆਂ ਲਾਟਾਂ ਦੇ ਹਵਾਲੇ ਕਰ ਦੇਣ ਦਾ ਐਲਾਨ ਕਰ ਦਿੱਤਾ। ਉਪ ਸਿਰਲੇਖ ਫੇਰੂਮਾਨ ਬਨਾਮ ਸੰਤ ਫਤਿਹ ਸਿੰਘ। ਇਹ ਐਲਾਨ ਕਰਨ ਵੇਲੇ ਉਸ ਨੂੰ ਪੂਰਾ ਭਰੋਸਾ ਸੀ ਕਿ ਭਾਰਤ ਸਰਕਾਰ ਉਸ ਦੀ ਇਸ ਨਿਆਈ ਮੰਗ ਨੂੰ ਯਕੀਨਨ ਹੀ ਕਬੂਲ ਕਰ ਲਏਗੀ ਅਤੇ ਇੰਨੀ ਗੱਲ ਬਦਲੇ ਪੰਜਾਬ ਨੂੰ ਬਲਦੀ ਦੇ ਬੂਥੇ ਧੱਕਣ ਦੀ ਹਮਾਕਤ ਨਹੀਂ ਕਰੇਗੀ। ਇਸੇ ਪ੍ਰਭਾਵ ਦੇ ਭਰਮ ਦੇ ਅਧੀਨ ਹੀ ਸੰਤ ਚੰਨਣ ਸਿੰਘ ਅਤੇ ਜੀਵਨ ਸਿੰਘ ਉਮਰਾ ਨੰਗਲ ਸਮੇਤ ਹੋਰ ਅਕਾਲੀ ਆਗੂਆਂ ਨੇ ਸੰਤ ਫਤਿਹ ਸਿੰਘ ਦੀ ਜਾਨ ਬਚਾਉਣ ਲਈ ਉਸ ਤੋਂ ਇੱਕ ਦਿਨ ਪਹਿਲਾਂ 26 ਦਸੰਬਰ ਅਗਨ ਭੇਟ ਹੋਣ ਦੇ ਫੈਸਲੇ ਦਾ ਐਲਾਨ ਕਰ ਦਿੱਤਾ ਸੀ। ਭਾਵੇਂ ਮਰਨ ਵਰਤ ਤੇ ਮਾਮਲੇ 'ਚ ਸੰਤ ਫਤਿਹ ਸਿੰਘ ਦਾ ਪਿਛਲਾ ਰਿਕਾਰਡ ਬਹੁਤਾ ਚੰਗਾ ਨਹੀਂ ਸੀ, ਪਰ ਉਸ ਦਾ ਅਗਨ ਭੇਟ ਹੋਣ ਦਾ ਸ਼ੋਸ਼ਾ ਅਸਲੋਂ ਹੀ ਨਵਾਂ ਸੀ। ਇਸ ਕਰਕੇ ਉਸ ਦੇ ਜਜ਼ਬਾਤੀ ਧੂ ਪਾਉਣ ਵਾਲੇ ਇਸ ਐਲਾਨ ਨੇ ਸਿੱਖ ਮਨਾਂ ਉੱਤੇ ਡੂੰਘਾ ਅਸਰ ਛੱਡਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਅਕਾਲ ਤਖਤ ਦੀ ਉੱਪਰਲੀ ਮੰਜ਼ਲ ਉੱਤੇ ਉਸਾਰੇ ਉਹਨਾਂ ਹਵਨ ਕੁੰਡਾਂ ਦੇ ਦਰਸ਼ਨ ਕਰਨ ਲਈ ਬਹੁੜਨ ਲੱਗੀਆਂ, ਜਿਨ੍ਹਾਂ ਵਿੱਚ ਸੰਤ ਫਤਿਹ ਸਿੰਘ ਨੇ ਤੇ ਉਸ ਦੇ ਸਾਥੀਆਂ ਦਾ ਪੈਟਰੋਲ ਨੂੰ ਅੱਗ ਲਾ ਕੇ ਸੜ ਮਰਨ ਦਾ ਪ੍ਰੋਗਰਾਮ ਮਿਥਿਆ ਗਿਆ ਸੀ। ਉਮਰ ਤਾਂ ਨਹੀਂ ਮੇਰੀ ਇੰਨੀ ਜ਼ਿਆਦਾ, ਕੋਈ 25 ਤੋਂ 26 ਦੇ ਕਰੀਬ, ਪਰ ਆ ਜਿਹੜੀਆਂ ਇਹਨਾਂ ਲੀਲਾਂ ਰਚਾਈਆਂ ਇਹ ਨਿਆਣਿਆਂ ਨੂੰ ਵੀ ਗਾਂ ਦੀਆਂ ਗੱਲਾਂ ਜਾਪਦੀਆਂ, ਜਿੱਥੋਂ ਤੱਕ ਮੈਨੂੰ ਸਮਝ ਲੱਗਦੀ। ਚਲੋ ਅੱਗੇ ਪੜ੍ਹਦੇ ਹਾਂ। 26 ਦਸੰਬਰ ਨੂੰ ਜਦ ਸੰਤ ਫਤਿਹ ਸਿੰਘ ਦੇ ਸਹਿਯੋਗੀ 5 ਜ਼ਿੰਦਾ ਸ਼ਹੀਦਾਂ ਦੇ ਅਗਨ ਭੇਟ ਹੋਣ ਦਾ ਐਲਾਨਿਆ ਸਮਾਂ ਨੇੜੇ ਢੁੱਕ ਰਿਹਾ ਸੀ ਅਤੇ ਅਕਾਲ ਤਖਤ ਵਿਖੇ ਭਾਰੀ ਗਿਣਤੀ 'ਚ ਜੁੜੀਆਂ ਸੰਗਤਾਂ ਦਿੱਲੀ ਤੋਂ ਕਿਸੇ ਸੁਲੱਖਣੀ ਖਬਰ ਦੀ ਬੇਤਾਬੀ ਨਾਲ ਉਡੀਕ ਕਰ ਰਹੀਆਂ ਸਨ, ਤਾਂ ਸੰਕਟ ਦੀ ਉਸ ਘੜੀ ਮੌਕੇ ਸਰਦਾਰ ਹੁਕਮ ਸਿੰਘ ਦਿੱਲੀ ਦਰਬਾਰ ਦੇ ਏਲਚੀ ਬਣ ਕੇ ਬੌੜੇ। ਉਹ ਅਕਾਲੀ ਦਲ ਦੇ 2 ਪਾਰਲੀਮੈਂਟ ਮੈਂਬਰਾਂ ਸਰਦਾਰ ਉੱਤਮ ਸਿੰਘ ਦੁੱਗਲ ਅਤੇ ਨਰਿੰਦਰ ਸਿੰਘ ਬਰਾੜ ਨਾਲ ਦਿੱਲੀ ਤੋਂ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਸਿੱਧੇ ਅੰਮ੍ਰਿਤਸਰ ਪਹੁੰਚੇ ਸਨ। ਸੰਤ ਫਤਿਹ ਸਿੰਘ ਨਾਲ ਬੰਦ ਕਮਰੇ 'ਚ ਲੰਮਾ ਸਮਾਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਤਣਾਗ ਰੱਸੇ ਸਰਦਾਰ ਹੁਕਮ ਸਿੰਘ ਨੇ ਅਕਾਲ ਤਖਤ ਅੱਗੇ ਜੁੜੀਆਂ ਸਿੱਖ ਸੰਗਤਾਂ ਨੂੰ ਥਿੜਕਵੇਂ ਬੋਲਾਂ ਨਾਲ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ਤੇ ਹੋਰਨਾਂ ਮਸਲਿਆਂ ਬਾਰੇ ਠੋਸ ਯਕੀਨਨਦਾਹੀ ਦਿੱਤੀ ਹੈ, ਜਿਸ ਨਾਲ ਸੰਤ ਫਤਿਹ ਸਿੰਘ ਦਾ ਪ੍ਰਣ ਪੂਰਾ ਹੋ ਗਿਆ ਹੈ ਅਤੇ ਉਹ ਆਪਣਾ ਵਰਤ ਖਤਮ ਕਰਨ ਲਈ ਰਾਜ਼ੀ ਹੋ ਗਏ ਹਨ। ਸਰਦਾਰ ਹੁਕਮ ਸਿੰਘ ਨੇ ਦਿੱਲੀ ਸਰਕਾਰ ਵੱਲੋਂ ਦੱਸੀ ਗਈ ਯਕੀਨ ਦਹਾਨੀ ਬਾਰੇ ਗੱਲ ਪੂਰੀ ਤਰ੍ਹਾਂ ਸਾਫ਼ ਕਰਨ ਤੋਂ ਸੁਚੇਤ ਰੂਪ ਵਿੱਚ ਟਾਲਾ ਵਟਿਆ। ਇੱਕ ਤਾਂ ਯਕੀਨਨ ਦਹਾਨੀ ਜਾਂ ਯਕੀਨ ਦਹਾਨੀ ਲਿਖਤੀ ਨਹੀਂ, ਜ਼ੁਬਾਨੀ ਕਲਾਮੀ ਸੀ। ਦੂਜਾ, ਹੁਕਮ ਸਿੰਘ ਦਾ ਲਹਿਜਾ ਬਹੁਤ ਹੀ ਗੋਲਮੋਲ ਸੀ। ਇਸ ਕਰਕੇ ਹਿੰਦੂ ਹਾਕਮਾਂ ਤੇ ਸਿੱਖ ਵਿਚੋਲਿਆਂ ਹੱਥੋਂ ਵਾਰ-ਵਾਰ ਛਲੀਆਂ ਜਾਂਦੀਆਂ ਰਹੀਆਂ ਸਿੱਖ ਸੰਗਤਾਂ ਨੇ ਸਰਦਾਰ ਹੁਕਮ ਸਿੰਘ ਦੀ ਯਕੀਨ ਦਹਾਨੀ ਚੋਂ ਇੱਕ ਵਾਰ ਫਿਰ ਛਲ ਅਤੇ ਫਰੇਬ ਦੀ ਤਿੱਖੀ ਦੁਰਗੰਧ ਮਹਿਸੂਸ ਕੀਤੀ। ਗੁੱਸੇ 'ਚ ਆਈਆਂ ਸੰਗਤਾਂ ਨੇ ਝੂਠ ਤੇ ਬੇਈਮਾਨੀ ਦੀ ਇਸ ਖੇਡ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੇਠਾਂ ਸੰਗਤਾਂ ਆਪਣੇ ਰੋਹ ਦਾ ਪ੍ਰਗਟਾਵਾ ਕਰਦੀਆਂ ਰਹੀਆਂ ਅਤੇ ਉੱਪਰ ਸੰਤ ਫਤਿਹ ਸਿੰਘ ਨੇ ਸਰਦਾਰ ਹੁਕਮ ਸਿੰਘ ਦੇ ਹੱਥੋਂ ਫਲਾਂ ਦਾ ਰਸ ਪੀ ਕੇ ਆਪਣਾ ਵਰਤ ਖਤਮ ਕਰ ਦਿੱਤਾ। ਬਾਅਦ 'ਚ ਇਹ ਤੱਥ ਸਾਹਮਣੇ ਆਇਆ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਯਕੀਨ ਦਹਾਨੀ ਵਿੱਚ ਸਿਰਫ ਇੰਨੀ ਗੱਲ ਹੀ ਸੀ ਕਿ ਚੰਡੀਗੜ੍ਹ ਤੇ ਹੋਰਨਾਂ ਇਲਾਕਿਆਂ ਬਾਰੇ ਪੰਜਾਬ ਤੇ ਹਰਿਆਣਾ ਦੇ ਆਪਸ ਵਿੱਚ ਉਲਝਵੇਂ ਦਾਅਵਿਆਂ ਦਾ ਨਿਪਟਾਰਾ ਕਰਨ ਲਈ ਇੰਦਰਾ ਗਾਂਧੀ ਨੇ ਸਾਲਸ ਬਣਨਾ ਪ੍ਰਵਾਨ ਕਰ ਲਿਆ ਸੀ। ਇਸ ਤੋਂ ਵੱਧ ਹੋਰ ਕੋਈ ਗੱਲ ਨਹੀਂ ਸੀ। ਇਸ ਭਾਗ ਲਈ ਇਹਨਾਂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।